कुछ लोग ही होते हैं जो समाज के लिए आगे आते हैं। मेरे ख्याल से तो हिंदुस्तान में अभी 1 लाख के पीछे एक आदमी ही है जो समाज के लिए सोचता है। तो ऐसे ही मैं आज एक आपको कुछ दिखाने जा रहा हूं कि हमारे लुधियाना शहर में सुधार मुल्लापुर के ब्लॉक में गांव हिस्सोवाल पड़ता है। तो वहाँ पर एक रिटायर्ड इंजीनियर ने वहाँ बन रहे सीवरेज प्लांट पर उंगली उठाई है और कहा है कि ये जो काम हो रहा है ये बिल्कुल गलत हो रहा है। इसमें जो मटेरियल यूज किया जा रहा है बिल्कुल गलत यूज किया जा रहा है और इसकी जो म्याद है वो अभी लगता है कि ये 30 साल क्या 3 महीने भी नहीं चलेगा। तो आज देखिए हम आपको दिखाते हैं, उन्होंने खुद ही वीडियो हमको बनाकर भेजा है। देखिए वो कितना जोर लगा रहे हैं। तो उनका मैंने अभी आज ही एक न्यूज़पेपर जो इंग्लिश का है उसमें भी न्यूज़ लगा देखा, 1-2 पंजाबी अखबारों में भी उन्होंने न्यूज़ लगवाया है। तो मेरे को भी 8-10 दिन से फ़ोन कर रहे थे और कभी वीडियो बनाकर कभी फ़ोटो भेज रहे हैं। तो सिर्फ समाज के लिए, क्योंकि उन्हें मालूम है जो करप्शन होती है गवर्नमेंट कामों में, तो आज कोई खड़ा हुआ है। यदि सारे लोग जो रिटायर इंजीनियर हैं, रिटायर अफसर लोग हैं, अगर देश के लिए अपने जो न्यू जनरेशन है उसके लिए सोचेंगे कि हमें जैसे 75 साल आज़ादी के बाद भी आज तक हमें सुख की सांस नहीं मिले और हम जा रहे हैं इस दुनिया से, लेकिन कल को हमारी जो संतान है, जहाँ हमारी जो पीढ़ी है वो हमारी तरह दुख ना भोगे, तो आप लोगों को इस तरह आगे आने पड़ेगा जिस तरह जे सरोज साहब आगे आए हैं समाज के लिए, गांव के लिए, देश के लिए। तो देखिए हम आपको दिखाते हैं। काफ़ी कम इन्होंने रातां नूं लग के कर लिया, क्योंकि इस केस मानयोग हाई कोर्ट के पहुँच गया। रात नूं इस काम नूं करदे 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 इस तरह करता भी ये सीमेंट पाया ही नहीं, जिहदे नाल कि इहदे विचाले जो कंध बनी सी वो कंध ढह गई है ते ये डिग पिया है। जिहड़े सीवरेज की उम्र 30 साल है वो बनदा 3 महीने दे पहले ही टुट गया। ये पंजाब गौरमेंट की हालत है। मैं सिद्धू साहब, गिलजियां साहब, नागरा जी ते डैनी ਜਿਹੜੇ नवे प्रधान बने, मैं उन्होंने दसना चाहना भी भरावो तुसी की कर लोगे, इत्थे तां सारे इक्को ने। जदों कोई बोलदा वा ਉਹਨੂੰ ਇਹ ਜੇਲ੍ਹ 'ਚ ਪਹੁੰਚਾ ਦਿੰਦੇ ਆ ਜਾਂ ਉਹਦੇ ਤੇ ਕਿਸੇ ਤੋਂ ਕੇਸ ਪਵਾ ਜਾਂਦੇ ਆ ਜਾਂ ਕਿਸੇ ਸ਼ਰਾਰਤ ਦੇ ਨਾਲ ਉਹਨੂੰ ਅੰਦਰ ਕਰਵਾ ਦਿੰਦੇ ਨੇ। ਸਾਰਾ ਕੁਝ ਲੀਕੇਜ ਕਰਕੇ ਡੁੱਬ ਗਿਆ। ਇਹਦੇ ਥੱਲੇ ਕੋਈ ਸੀਮੈਂਟ ਨਹੀਂ ਲੱਗਿਆ ਹੋਇਆ, ਅੰਦਰ ਕੋਈ ਸੀਮੈਂਟ ਨਹੀਂ ਲੱਗਿਆ। ਆਹ ਪਾਈਪਾਂ ਜਿਹੜੀਆਂ ਨੇ
ਉਹ ਪਾਈਪਾਂ ਬਿਨਾਂ ਪਲਾਸਟਰ ਦੇ ਸਭ ਕੁਝ ਲੱਗਿਆ ਹੋਇਆ। ਇਹਨਾਂ ਨੇ ਬਣਾਇਆ ਸੀ, ਆਹ ਕੰਧਾਂ ਡੇਗ ਪਈਆਂ ਸਾਰੀਆਂ। ਉਹ ਵਿਚਾਲੇ ਇੱਕ ਕੰਧ ਸੀ, ਵਿਚਾਲੇ ਜਿਹੜੀ ਕੰਧ ਸੀ ਉਹ ਹੈਗੀ ਆ, ਹੈ ਕਿ ਇੱਕ ਹੋ ਗਈ। ਇਹਨੂੰ ਇਹ ਕਹਿੰਦੇ ਸੀ 30 ਸਾਲ ਚਲਾਵਾਂਗੇ। ਜਿਹੜੇ ਲਗੂਨ ਕਹਿੰਦੇ ਆ ਜਾਂ ਅਸੀਂ ਆਕਸੀਡੇਸ਼ਨ ਪਾਉਂਡ ਕਹਿੰਦੇ ਆ, ਉਹ 5-6 ਪਾਉਂਡ ਹੁੰਦੇ ਆ। 1-2 ਚੱਲਦੇ ਨੇ, ਬਾਕੀ ਨੇ ਦੀ ਸਫਾਈ ਹੁੰਦੀ ਹੈ, ਬਾਕੀ ਸੁੱਕਦੇ ਆ। ਇਹ ਕਿਵੇਂ ਇਹਨੂੰ ਆਕਸੀਡੇਸ਼ਨ ਪਾਉਂਡ ਕਹਿਣਾ ਚਾਹੁੰਦੇ ਆ? ਹੁਣ ਉਹ ਕਹਿੰਦਾ ਜੀ ਨਹੀਂ ਤਾਂ ਜੀ ਅਸੀਂ ਤਾਂ ਐਕਸੀਨ ਕਹਿੰਦਾ, ਆਕਸੀਡੇਸ਼ਨ ਨਹੀਂ ਪਾਉਂਡ ਅਸੀਂ ਇਹਨੂੰ ਕਹਿ ਰਹੇ, ਅਸੀਂ ਤਾਂ ਇਹਨੂੰ ਔਰੋਬਿਕ ਅਨੋਰੋਬਿਕ ਪਾਉਂਡ ਕਹਿ ਰਹੇ। ਉਹ ਕੀ ਹੁੰਦਾ? ਉਹ ਕੁਝ ਵੀ ਨਹੀਂ ਹੈ, ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਲਟਾ ਸਿੱਧਾ, ਕਿਉਂਕਿ ਪੈਸੇ ਖਾ ਵੀ ਲਏ। ਜੇ ਪੈਸੇ ਇੱਥੇ ਲੱਗਿਆ ਤਾਂ ਕੋਈ ਆ ਕੇ ਦੇਖੇ। ਮੈਂ ਉਹਨੂੰ ਚੈਲੰਜ ਕਰਦਾ, ਇੰਨੇ ਪੈਸੇ ਜਿਹੜੇ ਬਰਬਾਦ ਕਰਦੇ ਆ, ਇਹਦਾ ਫਾਇਦਾ ਕੀ ਆ? ਕਿਸੇ ਤਰੀਕੇ ਨਾਲ ਮੈਂ ਡੀਸੀ ਨੂੰ ਵੀ ਮਿਲਿਆ ਸੀ, ਮਹਿਕਮੇ ਵਾਲੇ ਵੀ ਆਏ ਸੀ। ਵੀਡੀਓ ਕਹਿੰਦਾ ਮੇਰਾ ਕੁਝ ਲੈਣਾ ਦੇਣਾ ਹੀ ਨਹੀਂ। ਪਿੰਡ ਦਾ ਸਰਪੰਚ ਆ, ਉਲਟਾ ਮੇਰੀ 57 ਕਰਾਤੀ ਵੀ ਇਹ ਦਰਖਤ ਚੋਰੀ ਕਰਦਾ। ਮੈਂ ਗਜ਼ਟਡ ਅਫਸਰ ਹਾਂ, ਲੱਖ ਰੁਪਇਆ ਮੇਰੀ ਪੈਨਸ਼ਨ ਆ। ਮੈਂ ਹੁਣ ਦਰਖਤ ਚੋਰੀ ਕਰ? ਮੈਂ 72 ਸਾਲ ਦਾ, ਮੈਂ ਦਰਖਤ ਕਾਹਦੇ ਵਾਸਤੇ ਚੋਰੀ ਕਰੂੰਗਾ? ਕੋਈ ਮੇਰੇ ਤੇ 1 ਪੈਸੇ ਦਾ 72 ਸਾਲ ਦਾ ਪਿੰਡ ਦਾ ਬੱਚੇ ਐਲੀਗੇਸ਼ਨ ਲਾ ਦੇਵੇ, ਮੈਂ ਤਾਂ ਮਹਿਕਮੇ 'ਚ ਕਦੇ ਪੈਸੇ ਨਹੀਂ ਸੀ ਲੈਂਦਾ। ਉਸੇ ਤਰ੍ਹਾਂ ਮੈਂ ਆਪਣੇ ਘਰ 'ਚ ਰਹੀ ਜਾਂਦਾ। ਜੇ ਮੈਂ ਪੈਸੇ ਲੈਂਦਾ ਨਾ, ਮੇਰੀ ਆਹ ਹਾਲਤ ਨਾ ਹੁੰਦੀ। ਮੈਂ ਪੰਜਾਬ ਗੌਰਮੈਂਟ ਨੂੰ ਬੇਨਤੀ ਕਰਦਾ, ਸਿੱਧੂ ਸਾਹਿਬ ਇਹੋ ਜਿਹੇ ਕੰਮਾਂ ਤੋਂ ਬਚੋ, ਕਿਉਂਕਿ ਤੁਹਾਡੇ ਕੋਲ ਤਾਂ ਸਾਰੇ ਇਹੋ ਜਿਹੇ ਨੇ। ਇਹ ਨਹੀਂ ਵੀ ਕਾਂਗਰਸ 'ਚ ਬੈਠੇ ਨੇ, ਇਹ ਸਾਰੇ ਪਾਸੇ ਬੈਠੇ ਨੇ, ਸਾਰੇ ਇੱਕੋ ਹੀ ਬੈਠੇ ਨੇ। ਇਹਨਾਂ 'ਚ ਇਹ ਨਹੀਂ ਹੈਗਾ ਵੀ ਅਲੱਗ-ਅਲੱਗ ਟਾਈਪ ਨੇ। ਸਭ ਜਿਹਦਾ ਟਾਈਮ ਆਉਂਦਾ ਉਹ ਖਿੱਚ ਲੈਂਦਾ। ਪਰ ਹੈਗਾ ਵੀ ਸਿੱਧੂ ਇਹਦੇ 'ਚ ਇੰਪਰੂਵ ਕਰੇ। ਜਿਹੜੇ ਹੋਰ ਇਸ ਤਰ੍ਹਾਂ ਦੇ ਸੀਵੇਜ ਤਾਂ ਅੱਜ ਕੱਲ੍ਹ ਬਹੁਤ ਵਧੀਆ ਬਣ ਰਹੇ, ਛੋਟੇ ਬਣਦੇ ਆ, ਜਿਹੜੇ 10-12 ਲੱਖ ਰੁਪਏ 'ਚ ਬਣਦੇ ਆ। MBBR ਬਣਾ ਲਓ, ਹੋਰ ਬਹੁਤ ਆ ਰਹੇ ਨੇ। ਰੋਲਰ ਟਾਈਪ ਬਣਾ ਲਓ, 11 ਟਾਈਪ ਦੇ ਸੀਮੈਂਟ ਨੇ। ਇਹੀ ਕਿਉਂ ਬਣਾਉਂਦੇ ਹੋ ਤੁਸੀਂ? ਇਹ ਜਿਹੜਾ ਸਭ ਤੋਂ ਘਟੀਆ ਸਿਸਟਮ ਆ, ਜਿਹੜਾ ਇਹਨੂੰ ਤੁਸੀਂ ਬਣਾਉਣ ਲੱਗੇ ਹੋਏ ਆ, ਕਿਉਂਕਿ ਇਹਦੇ 'ਚ ਪੈਸੇ ਬਚਦੇ ਆ। 10 ਲੱਖ ਲੱਗਣਾ, 20 ਲੱਖ ਬਚ ਜਾਣਾ। ਟੋਏ ਇੱਥੇ ਪੱਟੇ ਹੋਏ ਸੀਗੇ, ਉਹਨਾਂ ਟੋਇਆਂ 'ਚ ਆ ਕੇ ਆਹ ਕੰਧ ਇਹਨਾਂ ਦੀ ਡਿੱਗ ਪਈ ਆ, ਉਹ ਸਾਰਾ ਕੁਝ ਭਰ ਗਿਆ ਆਪਸ ਵਿੱਚ ਹੀ। ਕੀ ਕਰਨਗੇ? ਮੈਂ ਪੰਜਾਬ ਗੌਰਮੈਂਟ ਨੂੰ, ਸੈਂਟਰ ਗੌਰਮੈਂਟ ਨੂੰ, DC ਲੁਧਿਆਣਾ ਨੂੰ ਤੇ ਬਾਕੀ ਭਾਰਤ ਭੂਸ਼ਣ ਆਸੂ ਨੂੰ, BJP ਵਾਲਿਆਂ ਨੂੰ, ਅਕਾਲੀਆਂ ਨੂੰ, ਸੁਖਵੀਰ ਨੂੰ, ਸਭਨਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਕੰਮ ਨਾ ਕਰੋ। ਇਹ ਸੰਪ ਜੋ ਮੇਰੇ ਸਾਹਮਣੇ ਹੈ, ਇਹ ਬਣਦੇ ਹੀ ਕਰੈਕ ਹੋ ਗਈ ਆ। ਜਦ ਕਿ ਐਜ ਪਰ ਸੀਵਰੇਜ ਮੈਨੂਅਲ 1993 ਇਹਦੀ ਲਾਈਫ 30 ਸਾਲ ਹੈ। ਇਹ ਤਾਂ 3 ਮਹੀਨੇ ਵੀ ਨਹੀਂ ਕੱਢਿਆ। ਇਹਦਾ ਮਤਲਬ ਇਹ ਆ ਵੀ ਇਹਦੇ 'ਚ ਕਿੰਨੇ ਕੁ ਪੈਸੇ ਲੱਗੇ ਆ, ਇਹ ਤਾਂ ਸਿੱਧੂ ਸਾਹਿਬ ਦੇਖ ਲੈਣ ਜਾਂ ਦੂਜੇ ਦੇਖ ਲੈਣ, ਕਿਉਂਕਿ ਪੈਸੇ ਕਮਾਉਣ ਵਾਲੇ ਬਹੁਤ ਨੇ। ਅਗਰ ਕਿਸੇ ਨੂੰ ਕੋਈ ਸ਼ੱਕ ਆ ਤਾਂ ਆ ਕੇ ਦੇਖ ਲਓ। ਇੱਥੇ ਐਕਸੀਅਨ SDO ਤੇ ਆਉਂਦੇ ਹੀ ਨਹੀਂ। ਪਿੰਡ ਦੇ ਜਿਹੜੇ ਬੰਦੇ ਨੇ ਉਹ ਮੇਰੇ ਪਿੱਛੇ ਪੈ ਜਾਂਦੇ ਵੀ ਤੂੰ ਕਿਉਂ ਰੋਕਦਾ ਕੰਮ ਚੱਲਣ ਦੇ, ਤੂੰ ਕਿਉਂ ਰੋਕਦਾ? ਨਾਲ ਗਰੀਬਾਂ ਦੀਆਂ ਕੰਧਾਂ ਨੇ, ਪਿੱਛੇ ਗਰੀਬਾਂ ਦੀਆਂ ਕੰਧਾਂ ਨੇ, ਸਾਹਮਣੇ ਗਰੀਬਾਂ ਦੇ ਘਰ ਨੇ, ਸਾਹਮਣੇ ਗਰੀਬਾਂ ਦੇ ਘਰ ਨੇ। ਇਹ ਕਦੇ ਇਸ ਤਰ੍ਹਾਂ ਹੋਇਆ ਵੀ ਬਣਨ ਤੋਂ ਪਹਿਲਾਂ ਹੀ ਢਹਿ ਜਾਵੇ? ਕਾਂਗਰਸ ਦਾ ਸਰਪੰਚ ਆ, ਕਾਂਗਰਸ ਦਾ ਹੀ MP ਆ। ਇਹ ਕਾਂਗਰਸ ਨੇ ਪਹਿਲਾਂ ਬਣਾਇਆ ਸੀਗਾ 1 ਕਰੋੜ ਰੁਪਏ ਦਾ 2007 ਜਿਹੜਾ ਚੱਲਿਆ ਹੀ ਨਹੀਂ। ਉਹ ਕਹਿੰਦੇ ਉਹ ਤਾਂ ਹੋਇਆ ਹੀ ਨਹੀਂ, ਉਹ ਕਹਿੰਦੇ ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਹੋ ਗਿਆ। ਕੀ ਗੱਲ 1 ਕਰੋੜ ਰੁਪਏ ਛੋਟੇ ਪਿੰਡਾਂ 'ਚ ਕਾਂਗਰਸ ਛੱਡ ਕੇ ਭੱਜੂਗੀ? ਇਹ ਕਿੱਥੇ ਲਿਖਿਆ ਵੀ ਆਵੇ ਤੇ ਲਓ ਜੀ ਇਹ ਤਾਂ ਹੋ ਗਿਆ। ਜਦੋਂ ਹੋ ਗਿਆ ਤਾਂ ਉਹਨੇ 30 ਸਾਲ ਚੱਲਣਾ ਵੀ ਆ, ਤੁਸੀਂ 15 ਸਾਲ ਚਲਾਓ। ਉਹ ਤਾਂ ਇੱਕ ਦਿਨ ਵੀ ਨਹੀਂ ਚੱਲਿਆ। ਕੋਈ ਵੀ ਆ ਕੇ ਉਹਨੂੰ ਦੇਖ ਸਕਦਾ। ਐਕਸਚੇਂਜ ਸਾਹਿਬ ਨੂੰ ਜਦੋਂ ਮੈਂ ਪੁੱਛਿਆ ਵੀ ਇੱਥੇ ਕਿਵੇਂ ਬਣਾਉਣੇ ਹੋ, ਇਹਦਾ ਰੂਲ ਮੁਤਾਬਕ ਇਹ ਪਿੰਡ ਤੋਂ 1 ਕਿਲੋਮੀਟਰ ਦੂਰ ਹੋਣਾ ਚਾਹੀਦਾ। ਪਿਛਲੀ ਵਾਰੀ ਇਹਨਾਂ ਨੇ ਪਿੰਡ ਤੋਂ 1 ਕਿਲੋਮੀਟਰ ਦੂਰ ਬਣਾ ਰੱਖਿਆ, ਜਿਹਦੇ ਤੇ 1 ਕਰੋੜ ਰੁਪਇਆ ਲੱਗਿਆ ਸੀ। ਉਹ 1 ਕਰੋੜ ਰੁਪਇਆ ਲੱਗਿਆ ਸੀ, ਉਹ ਇੱਕ ਦਿਨ ਵੀ ਨਹੀਂ ਚੱਲਿਆ। ਇਹ ਸੀਵਰੇਜ ਦੇ ਸਾਹਮਣੇ ਆ ਸਕੂਲ ਆ ਸਾਡਾ, ਇਹ ਸਕੂਲ 'ਚ ਬੱਚੇ ਕਿਵੇਂ ਪੜ੍ਹਨਗੇ? ਇਹਦਾ ਪਾਣੀ ਸਾਡੇ ਕੰਧਾਂ ਨਾਲ ਲੱਗ ਗਿਆ। ਇਹਨੂੰ ਇਹ ਕਹਿੰਦੇ ਆ ਰੀਜੂਨੇਸ਼ਨ ਆਫ ਪੌਂਡਸ। ਪੌਂਡ ਨੂੰ ਸਟਰੈਂਥਨ ਕਰਨਾ, ਪੌਂਡ ਨੂੰ ਇੰਪਰੂਵ ਕਰਨਾ। ਇੱਥੇ ਕਿਹੜਾ ਪੌਂਡ ਸੀਗਾ? ਟੋਆ ਸੀਗਾ। ਉਹ ਟੋਏ ਦੇ ਵਿੱਚ ਇਹਨਾਂ ਨੇ ਐਕਸਕਾਵੇਸ਼ਨ ਦਿਖਾਤੀ ਵੀ ਅਸੀਂ ਜੀ ਇੱਥੋਂ ਮਿੱਟੀ ਕੱਢੀ ਆ, ਉਹਦੇ ਪੈਸੇ ਬਣ ਗਏ। ਹਰੇਕ ਗੌਰਮੈਂਟਾਂ
ਇਹ ਨਹੀਂ ਦੇਖ, ਇਹੀ ਪੈਸੇ ਕਿਤੇ ਹੋਰ ਲੱਗਦੇ ਔਰ ਇਹਦੇ ਚ ਅਫਸੋਸ ਦੀ ਗੱਲ ਆ, ਇਹ ਪੰਜਾਬ ਚ ਕਿੰਨੇ ਹੀ ਪਿੰਡਾਂ ਚ ਪੈ ਰਹੇ ਆ। ਹੁਣ ਇਸ ਗਵਰਨਮੈਂਟ ਕੋਲੇ 1600 ਕਰੋੜ ਰੁਪਈਆ ਹੋਰ ਆਇਆ ਸੈਂਟਰ ਤੋਂ, ਕਿਤੇ ਉਹ ਵੀ ਇਹੋ ਜਿਹੇ ਕੰਮਾਂ ਚ ਲਾ ਕੇ ਨਾ ਪੂਰੇ ਕਰ ਦੇਵੇ। ਕਿਉਂ ਨਾ ਕਿਸੇ ਹੋਰ ਚੰਗੇ ਕੰਮ ਚ ਲਾ ਕੇ ਗਵਰਨਮੈਂਟ ਆਪਣੀ ਤਰੱਕੀ ਕਰਾਵੇ। ਗਵਰਨਮੈਂਟ ਕੋਲੇ ਬਹੁਤ ਕੰਮ ਨੇ, ਗਵਰਨਮੈਂਟ ਨੂੰ ਪੈਸੇ ਦੀ ਲੋੜ ਆ। ਜਿੱਥੇ ਵੀ ਹੁੰਦਾ ਦਲਿਤ ਵਰਗ ਦੇ ਐਮਐਲਏ ਐਮਪੀ ਮੰਤਰੀ ਇਹ ਚੁੱਪ ਲਾ ਜਾਂਦੇ ਆ। ਸਾਧੂ ਸਿੰਘ ਦੇ ਤਾਂ ਆਪਦੇ ਹੀ ਧਰਨ ਲੱਗੇ ਹੋਏ ਵਿਚਾਰੇ, ਉਹ ਸਾਡੀ ਕੀ ਮਦਦ ਕਰਨ। ਚੰਨੀ ਕਹਿੰਦਾ ਮੈਂ ਬਹੁਤ ਤੁਹਾਡੀ ਤਰੱਕੀ ਕਰਾਉਂਦਾ। ਆ ਚੰਨੀ ਆ ਕੇ ਦੇਖੇ ਕਦੇ ਕੋਈ ਮੰਤਰੀ ਕਦੇ ਕੋਈ ਐਮਐਲਏ ਦਲਿਤ ਵਰਗ ਨੂੰ ਪੁੱਛਦਾ? ਜੇ ਸਿੱਧੂ ਸਾਹਿਬ ਤੁਸੀਂ ਵੋਟਾਂ ਲੈਣੀਆਂ ਤੁਹਾਨੂੰ ਸੋਚਣਾ ਪਊਗਾ। ਤੁਹਾਡੇ 'ਚ ਇੱਕੋ ਹੀ ਚੀਜ਼ ਆ ਵੀ ਤੁਸੀਂ ਅੱਜ ਤੱਕ ਵੀ ਸਾਫ਼ ਸੁਥਰੇ ਚੱਲੀ ਜਾਂਦੇ, ਹੋਰ ਕੋਈ ਵਡਿਆਈ ਨਹੀਂ ਹੈਗੀ। ਜਿੰਨਾ ਚਿਰ ਸਾਫ਼ ਸੁਥਰੇ ਰਹੋਗੇ ਇੱਜ਼ਤ ਰਹੂਗੀ। ਪਰ ਦੂਜਿਆਂ ਨੂੰ ਕਿਵੇਂ ਸਾਫ਼ ਸੁਥਰੇ ਰੱਖੋਗੇ? ਸਾਫ਼ ਸੁਥਰੇ ਰੱਖਣ ਤਾਂ ਇੱਥੇ ਆਉਂਦੇ ਹੀ ਨਹੀਂ। ਮੈਂ ਬੇਨਤੀ ਕਰਦਾ ਵੀ ਇਸ ਨੂੰ ਬੰਦ ਕਰ ਦਿੱਤਾ ਜਾਵੇ। ਔਰ ਇਹਦੇ 'ਚ ਅਜੇ ਕਹਿੰਦੇ ਸੀ ਉਧਰਲਾ ਵੱਡਾ ਨਾਲਾ ਪਾਉਣਾ, ਉਹ ਨਾਲਾ ਨਾ ਪਾਇਆ ਜਾਵੇ। ਜੋ ਕੁਝ ਚੱਲ ਰਿਹਾ ਉਹਨੂੰ ਚੱਲਣ ਦਿੱਤਾ ਜਾਵੇ। ਮੈਂ ਮਾਫੀ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਵੇ। ਮੈਂ ਰਿਟਾਇਰਡ ਇੰਜੀਨੀਅਰ ਹਾਂ, ਕੋਈ ਵੀ ਮੈਨੂੰ ਬੁਲਾ ਕੇ ਮੇਰੇ ਨਾਲ ਡਿਸਕਸ ਕਰ ਸਕਦਾ। ਲਗੂਨ ਜਿਹੜੇ ਆ 5-6 ਬਣਦੇ ਨੇ, ਆਕਸੀਡੇਸ਼ਨ ਪੌਂਡ ਕਹਿ ਲਓ, ਲਗੂਨ ਕਹਿ ਲਓ, ਅਵੈਪੋਰੇਸ਼ਨ ਟੈਂਕ ਕਹਿ ਲਓ, ਸੂਰਜੀ ਧੁੱਪ ਨਾਲ ਸੁੱਕਣ ਵਾਲੇ ਤਲਾਅ ਕਹਿ ਲਓ। ਉਹ ਇੱਕ ਨਹੀਂ ਹੁੰਦਾ, ਇੱਕ ਭਰ ਜੂ ਤਾਂ ਬਾਕੀ ਇਹਦਾ ਭਰ ਗਿਆ। ਹੁਣ ਤੁਸੀਂ ਲਿਆਓ ਕਿੱਧਰ ਪਾਣੀ ਪਾਓਗੇ? ਇੰਨਾ ਕਹਿ ਕੇ ਮੈਂ ਖਿਮਾ ਦਾ ਜਾਚਕਾਂ, ਗਲਤੀ ਮੰਨਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਗੇਨ ਸਿੱਧੂ ਸਾਹਿਬ ਨੂੰ ਕਹਿਣਾ ਵੀ ਇਹਨੂੰ ਦੇਖੋ, ਜਿਹੜਾ 1600 ਕਰੋੜ ਰੁਪਇਆ ਉਹਨੂੰ ਕਿਤੇ ਹੋਰ ਲਾ ਲਓ, ਇਹਨਾਂ ਕੰਮਾਂ 'ਚ ਨਾ ਲਾਓ। ਕਿਉਂ ਇਹ ਕੰਮ ਬੜਾ ਸੌਖਾ ਵਾ। ਦਲਿਤ ਵਰਗ ਦੇ ਘਰਾਂ 'ਚ ਜਾਓ, ਲਓ ਜੀ ਰਾਸ਼ਨ ਵੰਡਤਾ, ਜਾਂ ਮਾੜਾ ਮੋਟਾ ਪੜਾ ਪੜੂ ਦਿਓ ਤੇ ਜਿੱਥੇ ਮਰਜ਼ੀ ਦਸਤਖਤ ਕਰਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। लेकिन इससे पहले आप ये हमारा चैनल सब्सक्राइब कर दीजिए, क्योंकि हम आवाज़ आपकी हैं, हम आवाज़ समाज की हैं। हमारे पास कोई आवाज़ पहुंचेगी तो हम दूसरे लोगों तक पहुंचाएंगे। अगर यदि आप चैनल को सब्सक्राइब करेंगे तो ये आवाज़ बहुत दूर तक जाएगी।